ਦਿੱਲੀ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਹੋਏ ਹੈ ਔਰ ਜੇਕਰ ਬਾਰਡਰ ਸਿੰਘੂ ਦੀ ਗੱਲ ਕੀਤੀ ਜਾਵੇ, ਕੁੰਡਲੀ ਦੀ ਗੱਲ ਕੀਤੀ ਜਾਵੇ ਤਾਂ ਥੋੜੀ ਹੀ ਜਿਹੜੀ ਹੈ ਕੁਝ ਕੁ ਮੀਟਰਾਂ ਦੀ ਜਿਹੜੀ ਦੂਰੀ ਹੈ ਇਹਨਾਂ ਦੋਵਾਂ ਬਾਰਡਰਾਂ ਦੇ ਵਿੱਚ ਹੈ ਔਰ ਦੋਵਾਂ ਥਾਵਾਂ ਤੇ ਸਟੇਜਾਂ ਲੱਗੀਆਂ ਹੋਈਆਂ ਨੇ, ਮੋਰਚੇ ਲੱਗੇ ਹੋਏ ਨੇ, ਕਿਸਾਨ ਡਟੇ ਹੋਏ ਨੇ। ਦਿਨ ਦੀ ਸ਼ੁਰੂਆਤ ਤੁਹਾਨੂੰ ਵਿਖਾ ਦਿੰਦੇ ਆ, ਗੁਰਬਾਣੀ ਇੱਥੇ ਚੱਲ ਰਹੀ ਹੈ, ਕਿਸਾਨ ਬੈਠੇ ਹੋਏ ਨੇ, ਗੁਰਬਾਣੀ ਦਾ ਜਿਹੜਾ ਉਹ ਆਨੰਦ ਲੈ ਰਹੇ ਨੇ। ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਜਦੋਂ ਕਿਸਾਨ ਉੱਠਦੇ ਨੇ ਜਾਂ ਫਿਰ ਆਮ ਲੋਕ ਉੱਠਦੇ ਨੇ ਤਾਂ ਗੁਰਦੁਆਰਾ ਸਾਹਿਬ ਜਾਂਦੇ ਆ, ਗੁਰੂ ਘਰ ਨਤਮਸਤਕ ਹੁੰਦੇ ਨੇ, ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਜੋ ਦਿਨ ਜਿਹੜਾ ਉਹ ਚੰਗਾ ਲੱਗੇ। ਗੁਰੂ ਦੇ ਦਰਸ਼ਨ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਕਰਨਾ ਲੋਕਾਂ ਨੂੰ ਚੰਗਾ ਲੱਗਦਾ। ਸਾਡੇ ਨਾਲ ਲੋਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਦਿਨ ਦੀ ਸ਼ੁਰੂਆਤ ਜਿਹੜੀ ਹੈ ਕਿਸ ਤਰ੍ਹਾਂ ਹੁੰਦੀ ਹੈ। ਰਾਤ ਨੂੰ ਠੰਡ ਹੁੰਦੀ ਹੈ, ਟਰਾਲੀਆਂ ਦੇ ਵਿੱਚ ਕਿਸਾਨ ਸੌਂਦੇ ਨੇ, ਲੋਕ ਸੌਂਦੇ ਨੇ, ਤਾਂ ਜਦੋਂ ਸਵੇਰ ਹੁੰਦੀ ਹੈ ਤਾਂ ਸ਼ੁਰੂਆਤ ਜਿਹੜੀ ਹੈ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਕਿਉਂਕਿ ਘਰਾਂ ਦੇ ਵਿੱਚ ਆਪਣੇ ਕੋਲ ਕਈ ਸਹੂਲਤਾਂ ਨੇ, ਇੱਥੇ ਉਹ ਸਹੂਲਤਾਂ ਜਿਹੜੀਆਂ ਨੇ ਉਹ ਸਾਰੀਆਂ ਨਹੀਂ ਮਿਲ ਪਾਉਂਦੀਆਂ, ਪਰ ਕਿੰਨੀਆਂ ਸਹੂਲਤਾਂ ਇੱਥੇ ਮਿਲਦੀਆਂ ਔਰ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਦਿਨ? ਸਰ ਜੀ ਇੱਥੇ ਆ ਕੇ ਅਸੀਂ ਦੇਖਿਆ ਜਦੋਂ ਦੇ ਕਾਫੀ ਦਿਨ ਹੋਏ ਨੇ ਔਰ ਇੰਨੀ ਦੁਨੀਆ ਸਵੇਰੇ ਉੱਠਣ ਤੋਂ ਬਾਅਦ ਐਸੀਆਂ ਸਹੂਲਤਾਂ ਸਾਨੂੰ ਘਰ ਵੀ ਨਹੀਂ ਅਵੇਲੇਬਲ ਹੁੰਦੀਆਂ। ਗਰਮ ਪਾਣੀ, ਨਹਾਉਣ ਧੋਣ ਵਾਸਤੇ, ਲੈਟਰਨ, ਪਿਸ਼ਾਬ, ਈਵਨ ਟੁੱਤ ਬੁਰਤ, ਕੋਲਗੇਟ, ਈਵਨ ਤੇਲ ਵੀ, ਸਾਬਣ, ਜੋ ਕੁਝ ਚਾਹੀਦਾ ਐਵਰੀਥਿੰਗ ਇਜ਼ ਅਵੇਲੇਬਲ, ਕੋਈ ਪ੍ਰੋਬਲਮ ਨਹੀਂ। ਐਸਾ ਅੱਛਾ ਪ੍ਰੋਗਰਾਮ ਇਸ ਸੰਘਰਸ਼ ਵਿੱਚ ਚਲਾਇਆ ਜਾ ਰਿਹਾ ਹੈ ਕਿ ਐਸਾ ਅਸੀਂ ਘਰ ਵਿੱਚ ਵੀ ਪ੍ਰੋਵਾਈਡ ਨਹੀਂ ਕਰਾ ਸਕਦੇ। ਅਸੀਂ ਇਸ ਸੰਘਰਸ਼ ਦਾ ਕਦੀ ਦੇਣ ਨਹੀਂ ਦੇ ਸਕਦੇ। ਸਾਡਾ ਦੇਸ਼, ਸਾਡੀ ਸਰਕਾਰ ਇਹ ਭੁੱਲੀ ਬੈਠੀ ਹੈ ਕਿ ਅਸੀਂ ਇੱਥੇ ਆ ਕੇ ਤੰਗ ਹੋ ਜਾਵਾਂਗੇ, ਅਸੀਂ ਇੱਥੇ ਸਰਦੀ ਵਿੱਚ ਤੰਗ ਮੁੜ ਜਾਵਾਂਗੇ। ਬਟ ਦੇयर इज no problem, we are all happy and we will live forever till ਮੋਦੀ ਸਰਕਾਰ is not consider our request। ਕਿੰਨੇ ਦਿਨ ਹੋ ਗਏ ਆਏ ਨੂੰ? ਇੱਥੇ ਸਾਨੂੰ ਲਗਭਗ ਇੱਕ ਹਫ਼ਤਾ ਹੋ ਗਿਆ ਜੀ। ਹੁਣ ਕੀ ਸੋਚਦੇ ਹੋ ਅੱਗੇ ਕਿੰਨਾ ਸਮਾਂ ਰਹਿਣ ਦਾ ਸੋਚਿਆ ਇੱਥੋਂ ਦਾ ਮਾਹੌਲ ਦੇਖ ਕੇ? ਅਸੀਂ ਇੱਥੇ ਜਿੰਨਾ ਚਿਰ ਹੋ ਸਕਿਆ ਮੈਕਸਿਮਮ ਟਾਈਮ ਬਤੀਤ ਕਰਾਂਗੇ। ਸਾਡੀ ਕਾਫੀ ਮੈਂਬਰ ਆਏ ਨੇ, ਸਾਰੇ ਅਲੱਗ-ਅਲੱਗ ਥਾਂ ਤੇ ਜਾ ਕੇ ਸਾਰਿਆਂ ਨੂੰ ਬਿਆਨ ਕਰ ਰਹੇ ਆ, ਦੱਸ ਰਹੇ ਆ। ਪਿੱਛੇ ਵੀ ਆਪਾਂ ਬਾਹਰ ਫੋਰਨ ਦੇ ਵਿੱਚ ਵੀ ਭੇਜ ਰਹੇ ਆ ਕਿ ਦੇਖੋ ਸਾਡਾ ਪੰਜਾਬ ਦਾ, ਹਿੰਦੁਸਤਾਨ ਦਾ ਕਿਸਾਨ ਕਿਸ ਤਰ੍ਹਾਂ ਜਾਗਰਤ ਹੈ ਔਰ ਕਿਵੇਂ ਗੌਰਮੈਂਟ ਨੂੰ ਮੋਢਿਆਂ ਤੋਂ ਫੜ ਕੇ ਹਿਲਾ ਰਿਹਾ ਹੈ। ਲੇਕਿਨ ਇਹ ਮੋਦੀ ਸਾਹਿਬ ਇਹ ਸੁੱਤੇ ਪਏ ਨੇ ਦਵਾਈ ਰੱਬ ਦੀ, ਇਹਨਾਂ ਨੂੰ, ਇਹ ਅੰਨਿਆਂ ਬੋਲਿਆਂ ਨੂੰ ਸਾਨੂੰ ਹੋਰ ਜ਼ੋਰ ਪਾ ਕੇ ਦਬਾਉਣਾ ਪਏਗਾ ਔਰ ਅਸੀਂ ਜਗਾ ਕੇ ਜਾਵਾਂਗੇ ਇਹਨਾਂ ਨੂੰ। ਹੋਰ ਵੀ ਨੌਜਵਾਨ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦਿਨ ਦੀ ਸ਼ੁਰੂਆਤ ਕਰਦੇ ਹੋ ਜਦੋਂ ਉੱਠਦੇ ਹੋ? ਪਿੰਡਾਂ ਦੇ ਵਿੱਚ ਜਦੋਂ ਆਪਾਂ ਉੱਠਦੇ ਹਾਂ ਕਈ ਤਰ੍ਹਾਂ ਦੀਆਂ ਸਹੂਲਤਾਂ ਹੁੰਦੀਆਂ ਨੇ, ਆਪਣੇ ਘਰ ਨੇ, ਛੱਤ ਨੇ, ਉੱਥੇ ਹਰ ਤਰ੍ਹਾਂ ਦੀ ਚੀਜ਼ ਮਿਲਦੀ ਹੈ, ਤਾਂ ਇੱਥੇ ਸ਼ੁਰੂਆਤ ਕਿਵੇਂ ਹੁੰਦੀ ਹੈ? ਖਾਣ ਪੀਣ ਤੋਂ ਲੈ ਕੇ ਅੱਗੇ ਜਿਹੜਾ ਸਾਰਾ ਦਿਨ ਦੀ ਜਿਹੜੀ ਆਪਣੀ ਪ੍ਰਕਿਰਿਆ ਚੱਲਦੀ ਹੈ ਕਿਸ ਤਰ੍ਹਾਂ ਹੁੰਦੀ ਹੈ? ਅਸੀਂ ਜਦੋਂ ਸੁਬਾਹ ਹੁੰਦੀ ਏ ਉਦੋਂ ਉੱਠ ਕੇ ਅਸੀਂ ਟੂਪ ਬੁਰਸ਼ ਕਰੀਦਾ, ਇਸ਼ਨਾਨ ਕਰੀਦਾ। ਫਿਰ ਉਦੋਂ ਜਿਹੜੇ ਸਾਡੇ ਨਾਲ ਸਾਥੀ ਹੁੰਦੇ ਆ ਉਹਨਾਂ ਵਾਸਤੇ ਚਾਹ ਦਾ ਲੰਗਰ ਇੱਥੋਂ ਟਰਾਲੀਆਂ ਦੇ ਵਿੱਚ ਲੈ ਜਾਈਦਾ। ਫਿਰ ਅਸੀਂ ਤਿਆਰ ਹੋ ਕੇ ਪੰਡਾਲ ਦੇ ਵਿੱਚ ਆ ਜਾਈਦਾ। ਅਸੀਂ ਸ਼ੁਰੂਆਤ ਹੋ ਜਾਂਦੀ ਲੰਗਰ ਦੀ? ਹਾਂਜੀ, ਚਾਹ ਵਜੇ ਤੋਂ ਸ਼ੁਰੂ ਹੋ ਜਾਂਦਾ ਲੰਗਰ? ਚਾਹ ਸੁਬਾਹ ਤੋਂ ਹੋ ਜਾਂਦਾ, 4:30-5 ਵਜੇ ਦੇ ਵਿੱਚ ਸ਼ੁਰੂ ਹੋ ਜਾਂਦਾ ਜੀ। ਕਿਹੜੀਆਂ ਡਿਊਟੀਆਂ ਲੱਗੀਆਂ ਸੇਵਾਦਾਰਾਂ ਦੀਆਂ ਪਹੁੰਚ ਜਾਂਦੇ ਆ? ਹਾਂਜੀ, ਪੱਕੇ ਵਲੰਟੀਅਰ ਅਸੀਂ ਲੱਗੇ ਹੋਏ ਆ। ਰਾਤ ਦਿਨ ਜੇ ਇੱਥੇ ਕੋਈ ਅਣਕਿਸਾਨੀ ਵੀ ਕੋਈ ਵੀ ਘਟਨਾ ਨਾ ਵਾਪਰੇ, ਅਸੀਂ ਚੋਰਾਂ ਦਾ, ਨਸ਼ੇੜੀਆਂ ਦਾ ਹਰ ਪੱਖ ਤੋਂ ਅਸੀਂ ਜਿਹੜਾ ਪੂਰੀ ਨਿਗਰਾਨੀ ਕਰਦੇ ਹਾਂ ਕਿ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਜੋ ਸਰਕਾਰ ਬੜੀਆਂ ਹੀ ਘਟਨਾ ਜਿਹੜੀਆਂ ਰਣਨੀਤੀਆਂ ਅਪਣਾ ਰਹੀ ਆ ਉਸ ਨੂੰ ਅਸੀਂ ਫੇਲ ਕਰ ਦਿੰਦੇ ਹਾਂ। ਅਸੀਂ ਰੋਜ਼ ਦੇ 3-4-5 ਜਿਹੜੇ ਚੋਰ ਆ, ਜੇਬ ਕਤਰੇ ਆ, ਸਮੈਕ ਵੇਚਣ ਵਾਲੇ ਆ, ਉਹ ਬੰਦੇ ਅਸੀਂ ਫੜ ਲਈਦੇ ਆ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਦੇ ਦਈਦੇ ਆ। ਅਸੀਂ ਇੱਥੇ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰਨ ਦੇਵਾਂਗੇ। ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ, ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਕਹਿ ਰਹੀ ਆ ਕਿ ਅਸੀਂ 2 ਕਦਮ ਅੱਗੇ ਆਉਣ ਨੂੰ ਤਿਆਰ ਹਾਂ, ਅਸੀਂ ਗੱਲਬਾਤ ਕਰਨ ਲਈ ਕਿਸਾਨਾਂ ਦੇ ਨਾਲ ਤਿਆਰ ਹਾਂ, ਪਰ ਇਹ ਜੋ ਸਰਕਾਰ ਆਪਣਾ ਬਾਹਰ ਵਰਲਡ ਦੇ ਵਿੱਚ ਇਹ ਦਿਖਾਉਣਾ ਚਾਹੁੰਦੀ ਆ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹਾਂ, ਪਰ ਕਿਸਾਨ ਸਾਡੇ ਨਾਲ ਗੱਲ ਨਹੀਂ ਕਰ ਰਹੇ। ਪਰ ਜਦੋਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਹੀ ਨਹੀਂ ਮੰਨ ਰਹੇ ਤੇ ਕਿਸਾਨ ਤੁਹਾਡੇ ਨਾਲ ਗੱਲ ਕਿਉਂ ਕਰਨ? ਸਾਡੀ ਇੱਥੇ ਇੱਕੋ ਹੀ ਰਣਨੀਤੀ ਆ, ਸਾਰੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦਿਆ ਜਾਵੇ, ਸਵੈਮ ਪ੍ਰਧਾਨ ਮੰਤਰੀ ਮੀਟਿੰਗ ਕਰੇ, ਇਸ ਤੋਂ ਅੱਗੇ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ। ਅਸੀਂ ਇੱਕ ਇੱਥੇ ਹੋਰ ਗੱਲ ਮੈਂ ਕਰਨੀ ਚਾਹੁੰਦਾ ਹਾਂ, ਸੈਂਟਰ ਸਰਕਾਰ ਨੂੰ ਇਹ ਕਹਿ ਰਹੇ ਨੇ ਕਿ ਇਹ ਦੂਸਰਾ ਨਾਂ ਨਹੀਂ, ਇਹਨਾਂ ਨੂੰ ਗਲਤ ਸਾਬਤ ਕੀਤਾ ਜਾਂਦਾ ਹੈ। ਮੇਰਾ ਭਰਾ ਫੌਜ 'ਚ, ਮੈਂ ਆਪਦੇ ਹੱਕ ਲੈਣ ਆਇਆ, ਉਹ ਦੇਸ਼ ਲਈ ਲੜ ਰਿਹਾ ਹੈ, ਮੈਂ ਆਪਦੇ ਹੱਕਾਂ ਲਈ ਲੜ ਰਿਹਾ। ਇਹਨਾਂ 'ਚੋਂ ਪੁੱਛੋ, ਮੈਂ ਸਾਰੇ ਸਵੈਮ ਕਰਨਾ ਚਾਹੁੰਦਾ ਕਿ ਕੌਣ ਗਲਤ ਆ ਜਦ ਸਾਡੇ ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਹਣੇ ਪੈਂਦੇ ਆ। ਬਿਲਕੁਲ, ਲੋਕਾਂ ਦੀ ਵੱਖੋ ਵੱਖਰੀ ਰਾਏ ਆ ਔਰ ਜਿਸ ਤਰ੍ਹਾਂ ਦਿਨ ਇਹਨਾਂ ਦਾ ਸ਼ੁਰੂ ਹੁੰਦਾ ਉਸ ਦੀ ਵੀ ਗੱਲਬਾਤ ਦੱਸੀ ਹੈ। ਕਿੱਥੋਂ ਆਏ ਹੋ ਤੁਸੀਂ? ਮੈਂ ਅਮਰਜੀਤ ਸਿੰਘ ਉਦੋਂ ਵਾਲੀ ਨਾਮ ਹੈ, ਉਦੋਂ ਵਾਲੀ ਕਲਾਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਤੋਂ ਆਏ। ਕਿੰਨੇ ਦਿਨ ਹੋ ਗਏ? ਅੱਜ 28ਵਾਂ ਦਿਨ ਸਟਾਰਟ ਹੋਇਆ। ਦਿਨ ਲੱਗ ਗਿਆ?
ਲੱਗਿਆ ਹੋਇਆ ਜੀ ਦਿਲ ਪਿੱਛੇ ਕਹਿ ਕੇ ਆਏ ਹੋਏ ਆ ਵੀ ਜਾਂ ਤਾਂ ਪੂਰੀ ਪਾ ਕੇ ਆਵਾਂਗੇ ਜਾਂ ਫਿਰ 4 ਮੋਢਿਆਂ ਤੇ। ਇਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਦਿਨ ਦੀ, ਮੁਸ਼ਕਲਾਂ ਵੀ ਆਉਂਦੀਆਂ ਨੇ ਕਿਉਂਕਿ ਠੰਡ ਵੀ ਹੁੰਦੀ ਹੈ, ਤੁਹਾਨੂੰ ਨਹੀਂ ਜਾਂ ਫਿਰ ਜਿਹੜੇ ਨਾਲ ਬਜ਼ੁਰਗ ਆਏ ਹੋਏ ਆ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਕਿਸੇ? ਦੇਖੋ ਜਦੋਂ ਘਰਾਂ ਤੋਂ ਬਾਹਰ ਆਉਂਦੇ ਆ ਤਾਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ ਹੈ। ਜੇ ਸੰਘਰਸ਼ ਦੇ ਵਿੱਚ ਆ ਕੇ ਅਸੀਂ ਕਿਸੇ ਮੁਸ਼ਕਲ ਨੂੰ ਵੇਖਾਂਗੇ ਤਾਂ ਸੰਘਰਸ਼ ਨਹੀਂ ਕਰ ਸਕਦੇ। ਸੰਘਰਸ਼ ਦਾ ਮਤਲਬ ਹੀ ਇਹ ਹੈ ਕਿ ਘਰ ਦੇ ਸੁੱਖ ਸਹੂਲਤਾਂ ਜਿਹੜੀਆਂ ਨੇ ਉਹਨਾਂ ਨੂੰ ਤਿਆਗ ਕੇ ਇੱਥੇ ਮੁਸੀਬਤਾਂ ਦੇ ਵਿੱਚ ਵੀ ਅਸੀਂ ਡਟ ਕੇ ਬੈਠੇ ਰਹੀਏ ਤੇ ਫਿਰ ਸੰਘਰਸ਼ ਹੈ। ਖੇਤੀ ਕਾਨੂੰਨਾਂ ਦੀ ਰੱਦ ਹੋਣ ਨਾ ਹੋਣ ਉਹ ਇੱਕ ਵੱਖਰਾ ਵਿਸ਼ਾ ਹੈ। ਹੁਣ ਤੱਕ ਇਸ ਸੰਘਰਸ਼ ਦੇ ਵਿੱਚੋਂ ਆਪਾਂ ਨੂੰ ਹਾਸਲ ਕੀ ਹੋਇਆ? ਜੇਕਰ ਸੰਘਰਸ਼ ਦੀ ਵੱਖਰੀ ਗੱਲ ਛੱਡ ਦਈਏ ਤਾਂ ਜਿਸ ਤਰ੍ਹਾਂ ਲੋਕ ਕਹਿੰਦੇ ਆ ਕਿ ਭਾਈਚਾਰਕ ਸਾਂਝ ਸਾਨੂੰ ਮਿਲੀ ਹੈ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਇੱਥੇ ਸਾਨੂੰ ਮਿਲੀਆਂ ਨੇ ਇਸ ਸੰਘਰਸ਼ ਦੀਆਂ, ਕੀ ਲੱਗਦਾ ਕੀ ਹਾਸਲ ਹੋਇਆ? ਇੱਥੋਂ ਸਾਨੂੰ ਏਕਤਾ ਹਾਸਲ ਹੋਈ ਹੈ। ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਪੰਜਾਬ ਲਈ ਹੈ, ਜਿੱਥੇ ਪੰਜਾਬ ਤੇ ਇੱਕ ਛਾਪ ਲੱਗ ਗਈ ਸੀ ਕਿ ਸਾਡਾ ਨੌਜਵਾਨ ਨਸ਼ੇ 'ਚ ਡੁੱਬ ਗਏ, ਉਹ ਕਹਾਣੀ ਖਤਮ ਹੋ ਗਈ। ਇੱਥੇ ਆ ਕੇ ਨੌਜਵਾਨਾਂ ਦਾ ਪਤਾ ਲੱਗ ਗਿਆ ਕਿ ਨਸ਼ੇੜੀ ਨਹੀਂ ਹੈ, ਇਹ ਉਹੀ ਯੋਧੇ ਨੇ, ਉਹਨਾਂ ਦੇ ਹੀ ਵੰਸ਼ਕ ਨੇ, ਉਹਨਾਂ ਦੇ ਹੀ ਗਾਂ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਿਹਾ। ਜੋ ਪਿੱਛੇ ਇਤਿਹਾਸ ਸੀ ਉਹਨੂੰ ਅਸੀਂ ਦੁਬਾਰਾ ਰਿਪੀਟ ਕਰਾਇਆ ਹੈ। ਮੈਂ ਬੇਨਤੀ ਕਰ ਦੇਵੇ ਤੁਹਾਡੇ ਮਾਧਿਅਮ ਦੇ ਥਰੂ ਕਿ ਸਿੰਘੂ ਪਿੰਡ ਦੇ ਵਿੱਚ ਇੱਥੇ ਜਦੋਂ ਵੀ ਕਦੇ ਆਪਣੇ ਬੱਚੇ ਨੂੰ ਕੋਈ ਮਾਂ ਕਹਾਣੀ ਸੁਣਾਏਗੀ ਤੇ ਜਿਵੇਂ ਸਾਡੇ ਦਾਦੇ ਬਾਬੇ ਜਾਂ ਹੋਰ ਲੋਕ ਸੁਣਾਉਂਦੇ ਨੇ ਪਿਛਲੇ ਸਾਡੇ ਇਤਿਹਾਸ ਦੀਆਂ, ਤੇ ਇਸ ਸੰਘਰਸ਼ ਦੀਆਂ ਸੁਣਾਇਆ ਕਰਨਗੇ ਕਿ ਅਸੀਂ ਅੱਖੀ ਡਿੱਠਾ ਹੈ ਕਿ ਸੰਘਰਸ਼ ਕਿਵੇਂ ਕਰਦੇ ਰਹੇ ਨੇ, ਅਸੀਂ ਅੱਖੀ ਡਿੱਠਾ ਹੈ ਕਿ ਇਹਨਾਂ ਦੇ ਗੁਰੂ ਪੀਰਾਂ ਨੇ ਕਿਵੇਂ ਸ਼ਹਾਦਤਾਂ ਦਿੱਤੀਆਂ ਨੇ। ਅਸੀਂ ਉਹ ਸਾਰਾ ਜਜ਼ਬਾ ਇੱਥੇ ਸਿੰਘੂ ਬੈਠੇ ਹੋਏ ਉਹਨਾਂ ਲੋਕਾਂ ਦੇ ਵਿੱਚ ਦੇਖਿਆ ਜੋ ਪਿੱਛੋਂ ਪੰਜਾਬ ਤੋਂ ਆਏ ਸੀ ਚੱਲ ਕੇ, ਜੋ ਅਸੀਂ ਸੁਣਿਆ ਸੀ, ਪੜ੍ਹਿਆ ਸੀ। ਸ਼ਾਇਦ ਸਰਕਾਰ ਨੇ ਉਸ ਚੀਜ਼ ਨੂੰ ਦੇਖਿਆ ਕਿ ਥਿਊਰੀ ਹੈ, ਅੱਜ ਉਹ ਪ੍ਰੈਕਟੀਕਲ ਦੇਖ ਰਹੀ ਹੈ। ਅੱਜ ਸਰਕਾਰ ਦੀ ਨੀਂਦ ਉੱਡੀ ਪਈ ਹੈ ਕਿ ਅਸੀਂ ਨਹੀਂ ਸੀ ਸੋਚਿਆ ਕਿ ਇੰਨਾ ਕੁਝ ਹੋ ਸਕਦਾ ਹੈ, ਸਰਕਾਰ ਉਸ ਤੱਕ ਨਹੀਂ ਸੀ ਸੋਚ ਸਕੀ। ਮੈਂ ਤਾਂ ਇਹ ਗੱਲ ਕਹਾਂਗਾ, ਨਾ ਸ਼ੇਰ ਮੋਦੀ ਆ ਜੱਟਾਂ ਨੂੰ ਅਸੀਂ ਜਾਣਦੇ ਲੈਣਾ ਹੱਕਾਂ ਨੂੰ, ਅਸੀਂ ਤੈਨੂੰ ਪ੍ਰੈਕਟੀਕਲ ਕਰਕੇ ਦਿਖਾ ਰਹੇ ਹਾਂ। ਜੋ ਥਿਊਰੀ ਪੜ੍ਹੀ ਹੋਈ ਆ, ਜੋ ਇਤਿਹਾਸ ਪੜ੍ਹਿਆ ਉਹਦਾ ਪ੍ਰੈਕਟੀਕਲ ਨਜ਼ਰ ਆ ਰਿਹਾ ਸਾਹਮਣੇ। ਬਿਲਕੁਲ, ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਲੋਕ ਉਹੀ ਕਹਿੰਦੇ ਆ ਕਿ ਕਈਆਂ ਦਾ ਇਹ ਕਹਿਣਾ ਕਿ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਜੋ ਸਾਨੂੰ ਇੱਥੇ ਮਿਲਦੀਆਂ ਨੇ, ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਔਰ ਇਸ ਸੰਘਰਸ਼ ਨੂੰ ਲੈ ਕੇ ਇਹ ਗੱਲ ਕਹਿੰਦੇ ਆ ਕਿ ਜਿਸ ਤਰ੍ਹਾਂ ਸਾਡੇ ਵੱਡੇ ਸਾਨੂੰ ਇਤਿਹਾਸ ਦੇ ਬਾਰੇ ਦੱਸਿਆ ਕਰਦੇ ਸੀ, ਜੋ ਪਿੱਛੇ ਸੰਘਰਸ਼ ਹੋਏ ਉਹਨਾਂ ਦੇ ਬਾਰੇ ਦੱਸਿਆ ਕਰਦੇ ਸੀ ਕਿ ਕਿਸ ਤਰ੍ਹਾਂ ਸਾਡੇ ਵੱਡਿਆਂ ਨੇ ਲੜਾਈਆਂ ਲੜੀਆਂ, ਤਾਂ ਕੋਈ ਆਉਣ ਵਾਲਾ ਜੋ ਸਮਾਂ ਹੋਏਗਾ ਤਾਂ ਫਿਰ ਉਦੋਂ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਬੱਚਿਆਂ ਨੂੰ ਦੱਸੀਆਂ ਜਾਣਗੀਆਂ, ਅੱਗੇ ਉਹਨਾਂ ਦੇ ਬੱਚਿਆਂ ਨੂੰ ਦੱਸੀਆਂ ਜਾਣਗੀਆਂ ਕਿ ਇਸ ਤਰ੍ਹਾਂ ਖੇਤੀ ਦੇ ਲਈ ਇੱਕ ਸੰਘਰਸ਼ ਜਿਹੜਾ ਕਿਸਾਨਾਂ ਦੇ ਵੱਲੋਂ ਵਿੱਢਿਆ ਗਿਆ ਸੀ, ਲੋਕਾਂ ਦੇ ਵੱਲੋਂ ਵਿੱਢਿਆ ਗਿਆ ਸੀ, ਔਰ ਉਸ ਦਾ ਹਿੱਸਾ ਅਸੀਂ ਵੀ ਬਣੇ ਸੀ। ਕੈਮਰਾਮੈਨ ਬੰਤੇਸ਼ ਦੇ ਨਾਲ ਮੈਂ ਜਤਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼ ਪੰਜਾਬ, ਕੁੰਡਲੀ ਬਾਰਡਰ, ਦਿੱਲੀ।